ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸ੍ਰੀ ਸਤਿਗੁਰੂ ਜਗਜੀਤ ਸਿੰਘ ਦੀ ਰਜਾ ਅਨੁਸਾਰ ਅਤੇ ਅਪਾਰ ਬਖਸ਼ਿਸ਼ ਦੁਆਰਾ ਸ੍ਰੀ ਦਸਮ ਗ੍ਰੰਥ ਜੀ ਦੇ ਪਾਠ ਦੀ ਰਿਕਾਰਡਿੰਗ ਦਾ ਕੰਮ ਸਮਾਪਤ ਹੋਇਆ ਹੈ। ਇਸ ਲਈ ਮੈਂ ਇਸ ਮਹਾਨ ਕੰਮ ਦੀ ਸੰਪੂਰਨਤਾ ਤੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦੀ ਹਾਂ। ਮੈਂ ਆਪ ਜੀ ਨੂੰ ਸ੍ਰੀ ਦਸਮ ਗ੍ਰੰਥ ਦੇ ਸੰਬੰਧੀ ਕੁਝ ਬੇਨਤੀਆਂ ਕਰਨਾ ਚਾਹੁੰਦਾ ਹਾਂ। ਇਹ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤੁੱਤੀ ਕ੍ਰਿਤ ਹੈ, ਜੋ ਅਕਾਲ ਪੁਰਖ ਦੇ ਸਰਗੁਣ ਅਤੇ ਨਿਰਗੁਣ ਰੂਪਾਂ ਦਾ ਗਿਆਨ ਕਰਾਉਂਦੀ ਹੈ। ਭਰਮਾਂ ਵਹਿਮਾਂ ਵਿੱਚੋਂ ਕੱਢ ਕੇ ਸੱਚੇ ਅਤੇ ਸੁੱਚੇ ਜੀਵਨ ਦਾ ਮਾਰਗ ਪ੍ਰਦਰਸ਼ਨ ਕਰਦੀ ਹੈ। ਇਸ ਦੇ ਨਾਲ ਵੀਰ ਰਸ, ਸੰਸਾਰੀ ਗਿਆਨ ਅਤੇ ਰਾਜਨੀਤੀ ਦੇ ਮਾਰਗ ਦਾ ਇਸ ਦੇ ਪੜ੍ਹਿਆਂ ਹੀ ਪਤਾ ਲੱਗਦਾ ਹੈ। ਅਧਿਆਤਮਿਕਤਾ ਅਤੇ ਸ਼ਾਂਤ ਰਸ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਵਿੱਚ ਮਨੁੱਖੀ ਜ਼ਿੰਦਗੀ ਨੂੰ ਇੱਜ਼ਤ ਨਾਲ ਗੁਜ਼ਾਰਨਾ ਹੈ। ਇਸ ਤਰ੍ਹਾਂ ਦਾ ਜੀਵਨ ਬਿਤਾਉਣ ਲਈ ਵੀਰ ਰਸ ਜ਼ਰੂਰੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਥਨ ਅਨੁਸਾਰ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ, ਦੇ ਉਪਦੇਸ਼ ਅਨੁਸਾਰ ਜੇ ਕਿਸੇ ਨੂੰ ਡਰਾਉਣਾ ਧਰਮ ਨਹੀਂ ਤਾਂ ਡਰਨਾ ਵੀ ਧਰਮ ਨਹੀਂ ਹੈ। ਇਸ ਤਰ੍ਹਾਂ ਦੇ ਜੀਵਨ ਲਈ ਕਲਗੀਧਰ ਪਾਤਸ਼ਾਹ ਨੇ ਇਸ ਆਪਣੀ ਕ੍ਰਿਤ ਵਿੱਚ ਸੇਧ ਦਿੱਤੀ ਹੈ। ਦਸਮ ਗ੍ਰੰਥ ਵਿੱਚ ਕਈ ਥਾਵਾਂ 'ਤੇ ਰਾਗਾਂ ਵਿੱਚ ਬਾਣੀ ਉਚਾਰੀ ਅਤੇ ਬਾਕੀ ਛੰਦ, ਦੋਹਰੇ, ਚੌਪਈ, ਸਵਈਏ ਅਤੇ ਕਵਿਤਾ ਆਦਿ, ਜੋ ਕਿ ਪਿੰਗਲ ਦੇ ਅਨੁਸਾਰ ਮਾਤਰਾ ਦੇ ਚੌਥੇ ਹਿੱਸੇ ਦਾ ਵੀ ਵਾਧਾ ਘਾਟਾ ਨਹੀਂ ਹੋਣ ਦਿੱਤਾ। ਇਸ ਵਿੱਚ ਅਨੇਕ ਪ੍ਰਕਾਰ ਦੇ ਛੰਦਾਂ ਰਾਹੀਂ ਆਪਣੇ ਸੱਚੇ ਸੁੱਚੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਗੁਰਬਾਣੀ ਦੀ ਸ਼ੁੱਧਤਾ ਅਤੇ ਅਸ਼ੁੱਧਤਾ, ਉਚਾਰਨ ਦੇ ਗੁਣ ਅਤੇ ਦੋਸ਼ ਬਾਰੇ ਸ੍ਰੀ ਆਦਿ ਗ੍ਰੰਥ ਦੀ ਰਿਕਾਰਡਿੰਗ ਤੋਂ ਬਾਅਦ ਬੇਨਤੀ ਕਰ ਚੁੱਕਾ ਹਾਂ। ਹੁਣ ਮੈਂ ਸ੍ਰੀ ਦਸਮ ਗ੍ਰੰਥ ਦੀ ਬਣਤਰ ਬਾਰੇ ਬੇਨਤੀ ਕਰਾਂ। ਬੀੜਾਂ ਦੇ ਕਈ ਭੇਦ ਹਨ। ਸਾਰੀਆਂ ਬੀੜਾਂ ਦੀ ਬਾਣੀ ਦੇ ਰਚਨਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਸਾਰੀਆਂ ਪ੍ਰਾਪਤ ਬੀੜਾਂ ਵਿੱਚ ਬਾਣੀਆਂ ਦਾ ਕ੍ਰਮ ਇੱਕੋ ਜਿਹਾ ਨਾ ਹੋਣਾ ਅਤੇ ਕੁਝ ਕੁ ਬੀੜਾਂ ਵਿੱਚ ਕਲਗੀਧਰ ਪਾਤਸ਼ਾਹ ਦੀ ਬਾਣੀ ਦਾ ਵੱਧ ਘੱਟ ਹੋਣ ਕਾਰਨ ਭੇਦ ਹੋ ਗਏ ਹਨ, ਜਿਸ ਵਿੱਚੋਂ ਭਾਈ ਮਨੀ ਸਿੰਘ ਵਾਲੀ ਬੀੜ, ਪਟਨਾ ਸਾਹਿਬ ਵਾਲੀ ਬੀੜ, ਸੰਗਰੂਰ ਤੋਸ਼ਾਖਾਨੇ ਵਿੱਚ ਪਈ ਬੀੜ, ਮੋਤੀ ਬਾਗ ਪਟਿਆਲਾ ਵਿੱਚ ਰੱਖੀ ਹੋਈ ਬੀੜ ਆਦਿ ਪ੍ਰਸਿੱਧ ਹਨ। ਇਹਨਾਂ ਵਿੱਚ ਨਾ ਤਾਂ ਬਾਣੀਆਂ ਦੀ ਤਰਤੀਬ ਇੱਕੋ ਜਿਹੀ ਹੈ ਅਤੇ ਨਾ ਹੀ ਬਾਣੀਆਂ ਦੀ ਗਿਣਤੀ ਬਰਾਬਰ ਮਿਲਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਇਕੱਤਰ ਕਰਕੇ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਨੇ ਇਸ ਨੂੰ ਬੀੜ ਦਾ ਰੂਪ ਦਿੱਤਾ। ਫਿਰ ਬਾਅਦ ਬਾਬਾ ਦੀਪ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਨੇ ਅਤੇ ਹੋਰਨਾਂ ਮਹਾਤਮਾਵਾਂ ਨੇ ਸ੍ਰੀ ਗੁਰੂ ਜੀ ਦੀ ਬਾਣੀ ਦੀਆਂ ਬੀੜਾਂ ਤਿਆਰ ਕਰਵਾਈਆਂ। ਇਸ ਬਾਣੀ ਦੇ ਰਚਨ ਦੇ ਸਮੇਂ ਅਤੇ ਸਥਾਨ ਬਾਰੇ ਬਾਣੀ ਦੇ ਵਿੱਚ ਹੀ ਕਈ ਥਾਵਾਂ 'ਤੇ ਗੁਰੂ ਜੀ ਨੇ ਜ਼ਿਕਰ ਕੀਤਾ ਹੈ। ਬਾਣੀ ਜਫਰਨਾਮੇ ਤੋਂ ਛੁੱਟ ਗੁਰੂ ਦੀਆਂ ਸਾਰੀਆਂ ਰਚਨਾਵਾਂ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ ਦੀ ਕਿਰਤ ਹੀ ਹੈ। ਸਮਾਂ ਅਤੇ ਸਥਾਨ ਬਾਰੇ ਕੁਛ ਕੁ ਮੈਂ ਬੇਨਤੀਆਂ ਕਰਾਂ। ਜਿਸ ਤਰ੍ਹਾਂ ਸੰਮਤ 17 ਸਾਹਸ ਭਣੇਜੈ, ਅਰਧ ਸਾਹਸ ਹੁਣ ਤੀਨ ਕਹੇਜੈ, ਭਾਦ ਵਿਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤ ਤਰਾ ਗ੍ਰੰਥ ਸੁਧਾਰਾ। ਇਹ ਤੁਕਾਂ ਚਰਿਤਰੋਪਖਿਆਨ ਦੇ ਅੰਤ ਵਿੱਚ ਲਿਖੀਆਂ ਗਈਆਂ ਹਨ। ਇਸ ਤਰ੍ਹਾਂ ਰਾਮਾ ਅਵਤਾਰ ਦੇ ਪ੍ਰਸੰਗ ਦੇ ਉਚਾਰਨ ਦੇ ਸਮੇਂ ਦੀ ਗੱਲ ਕਰਦਿਆਂ ਲਿਖਿਆ ਹੈ, ਸੰਮਤ 17 ਸਾਹਸ 55, ਹਾੜਵਦੀ ਪ੍ਰਥਮ ਸੁਖ ਦਾਵਨ, ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਰ ਪਰੀ ਲੋ ਲਿਹੋ ਸੁਧਾਰਾ। ਇਸੇ ਤਰ੍ਹਾਂ ਹੀ ਕ੍ਰਿਸ਼ਨਾ ਅਵਤਾਰ ਦੇ ਲਿਖਣ ਦਾ ਸਮਾਂ ਦਰਸਾਉਂਦੇ ਹਨ। 11 ਸਾਹਸ 92 ਛੰਦਾ, ਕਹਿ ਦਸਮ ਪੁਰ ਬੈਠ ਆਨੰਦਾ। ਨਾਲ ਹੀ ਇਹ ਦਸਮ ਸ਼ਬਦ ਦਸਵੇਂ ਪਾਤਸ਼ਾਹ ਦੀ ਕਿਰਤ ਕਰਕੇ ਇਹ ਭੁਲੇਖਾ ਦੂਰ ਕਰਦਾ ਹੈ ਕਿ ਇਹ ਕਿਰਤ ਸ੍ਰੀ ਗੁਰੂ ਜੀ ਦੀ ਹੈ, ਕਿਸੇ ਹੋਰ ਦੀ ਨਹੀਂ। ਕ੍ਰਿਸ਼ਨਾ ਅਵਤਾਰ ਦੇ ਪ੍ਰਸੰਗ ਵਿੱਚ ਰਾਸ ਮੰਡਲ ਦੇ ਅੰਤ ਵਿੱਚ ਲਿਖਦੇ ਹਨ, 17 ਸਹਿ ਪੈਤਾਲ ਮੈਂ ਕੀਨੀ ਕਥਾ ਸੁਧਾਰ। ਫਿਰ 17 ਸਹਿ ਪੈਤਾਲ ਮੈਂ ਸਾਵਨ ਸੁਧ ਥਿਤ ਦੀਪ, ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੋ ਚਾਏ। ਹੁਣ ਮੈਂ ਵਰਤਮਾਨ ਚੱਲ ਰਹੀ ਸ੍ਰੀ ਦਸਮ ਗ੍ਰੰਥ 1428 ਪੰਨੇ ਵਾਲੀ ਬੀੜ ਦੀ ਬਣਤਰ ਅਤੇ ਬਾਣੀਆਂ ਦੀ ਤਰਤੀਬ ਬਾਰੇ ਬੇਨਤੀ ਕਰਾਂਗਾ। ਸ੍ਰੀ ਦਸਮ ਗ੍ਰੰਥ ਵਿੱਚ ਜਾਪ ਨਾਮ ਦੀ ਬਾਣੀ ਦਾ ਪਹਿਲਾ ਸਥਾਨ ਹੈ, ਜਿਸ ਵਿੱਚ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਿਰਗੁਣ ਅਤੇ ਸਰਗੁਣ ਸਰੂਪ ਦੀ ਮਹਿਮਾ ਲਿਖੀ ਹੈ।
ਨਿਰਗੁਣ ਸਰੂਪ ਤੋਂ ਭਾਵ ਜੋ ਤ੍ਰੈ ਗੁਣਾ ਰਜੋ ਤਮੋ ਸਤੋ ਗੁਣ ਦੇ ਪ੍ਰਭਾਵ ਤੋਂ ਪਰੇ ਹੈ। ਸਰਗੁਣ ਸਰੂਪ ਦਾ ਬਿਆਨ ਉਸ ਦੁਆਰਾ ਕੀਤੇ ਕਰਮ ਦੇ ਆਧਾਰ ਤੇ ਹੈ। ਇਹ ਬਾਣੀ ਉਹਨਾਂ ਪੰਜਾਂ ਬਾਣੀਆਂ ਵਿੱਚ ਗਿਣੀ ਜਾਂਦੀ ਹੈ ਜਿਨ੍ਹਾਂ ਪੰਜਾਂ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ ਤੇ ਅੱਜ ਵੀ ਉਹੀ ਮਰਿਆਦਾ ਹੈ। ਨੰਬਰ 2, ਅਕਾਲ ਉਸਤਤ। ਇਹ ਬਾਣੀ ਅਕਾਲ ਪੁਰਖ ਦੀ ਉਸਤਤੀ ਵਿੱਚ ਰਚੀ ਜੋ ਕਈ ਰੂਪਾਂ ਵਿੱਚ ਵਰਤ ਰਿਹਾ ਹੈ। ਉਹ ਹਰ ਥਾਂ ਹਰ ਜੀਵ ਵਿੱਚ ਨਿਰਜੀਵ ਵਿੱਚ ਰਮਿਆ ਹੋਇਆ ਦਰਸਾਇਆ ਹੈ। ਇਸ ਤੋਂ ਛੁੱਟ ਇਸ ਵਿੱਚ ਕਰਮ ਕਾਂਡਾਂ ਨੂੰ ਛੱਡ ਕੇ ਸੁੱਚੀ ਭਾਵਨਾ ਨਾਲ ਪਰਮਾਤਮਾ ਦੀ ਅਸਲੀਅਤ ਨੂੰ ਜਾਣਨ ਦਾ ਉਪਦੇਸ਼ ਦਿੱਤਾ ਹੈ। ਨਾਮਧਾਰੀ ਮਰਿਆਦਾ ਅਨੁਸਾਰ ਕੀਤੇ ਜਾਣ ਵਾਲੇ ਹਵਨ ਸਮੇਂ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਤੀਸਰੇ ਸਥਾਨ ਤੇ ਹੈ ਬਚਿੱਤਰ ਨਾਟਕ। ਗੁਰੂ ਜੀ ਨੇ ਇਸ ਵਿੱਚ ਉਸ ਅਕਾਲ ਪੁਰਖ ਦੀ ਦੇਵ ਦੈਂਤਾਂ ਦੀ ਉਤਪੱਤੀ ਕਰਕੇ ਲੈ ਕਰ ਲੈਣਾ ਦੀ ਸ਼ਕਤੀ ਨੂੰ ਪ੍ਰਗਟਾਉਂਦਿਆਂ ਸਰਵ ਸ਼ਕਤੀਮਾਨ ਮੰਨਿਆ ਹੈ। ਇਸੇ ਵਿੱਚ ਗੁਰੂ ਨਾਨਕ ਜੀ ਬਾਰੇ ਬੇਦੀਆਂ ਦੀ ਕੁਲ ਦਾ ਮੁੱਢ, ਉਸ ਦੇ ਬਾਅਦ ਤੋਂ ਗੁਰੂ ਸਾਹਿਬਾਨ ਦਾ ਵਰਣਨ ਅਤੇ ਆਪਣੇ ਸੋਢੀ ਬੰਸ ਬਾਰੇ ਦੱਸਦੇ ਹਨ। ਆਪਣੇ ਬਾਰੇ ਬਿਆਨ ਕਰਦਿਆਂ ਲਿਖਦੇ ਹਨ, ਕਿਸ ਤਰ੍ਹਾਂ ਅਵਤਾਰ ਧਾਰਿਆ ਅਤੇ ਆਪਣੇ ਪਿਛਲੇ ਜਨਮ ਦੀ ਗਾਥਾ, ਅਕਾਲ ਪੁਰਖ ਨੇ ਮੈਨੂੰ ਕਿਉਂ ਅਤੇ ਕੀ ਕਹਿ ਕੇ ਇਸ ਸੰਸਾਰ ਵਿੱਚ ਭੇਜਿਆ ਦਾ ਵਰਣਨ ਕੀਤਾ ਹੈ। ਇਸ ਦੇ ਨਾਲ ਹੀ ਅਨੰਦਪੁਰ ਵਿੱਚ ਰਹਿੰਦਿਆਂ ਪਹਾੜੀ ਰਾਜਿਆਂ ਨਾਲ ਹੋਏ ਯੁੱਧਾਂ ਦਾ ਵੀ ਵਰਣਨ ਕੀਤਾ ਹੈ। ਚੌਥੀ ਬਾਣੀ ਚੰਡੀ ਚਰਿੱਤਰ ਪਹਿਲਾ ਜਾਂ ਉਕਤ ਬਿਲਾਸ ਨਾਮ ਦੀ ਹੈ। ਮੈਂ ਬੇਨਤੀ ਕਰਾਂ, ਉਕਤ ਬਿਲਾਸ ਜਾਂ ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਸਰਾ ਅਤੇ ਚੰਡੀ ਦੀ ਵਾਰ ਦਾ ਪ੍ਰਸੰਗ ਇੱਕ ਹੀ ਹੈ। ਕੇਵਲ ਕਵਿਤਾ ਦਾ ਹੀ ਅੰਤਰ ਹੈ ਜੋ ਕਿ ਦੇਵੀ ਅਤੇ ਦੈਂਤਾਂ ਦੀ ਲੜਾਈ ਦਾ ਵਰਣਨ ਕਰਦੀ ਹੈ। ਭਾਵੇਂ ਗੁਰਬਾਣੀ ਕੋਈ ਵੀ ਪੜ੍ਹੀ ਜਾਵੇ ਅੰਮ੍ਰਿਤ ਦਾ ਸਵਾਦ ਆਉਂਦਾ ਹੈ, ਪਰ ਉਕਤ ਬਿਲਾਸ ਪੜ੍ਹਨ ਸੁਣਨ ਦਾ ਕੁਝ ਵੱਖਰਾ ਹੀ ਸਵਾਦ ਹੈ। ਪੰਜਵੇਂ ਥਾਂ ਤੇ ਆਈ ਬਾਣੀ ਚੰਡੀ ਚਰਿੱਤਰ ਦੂਸਰਾ। ਇਹ ਬਾਣੀ ਹਵਨ ਦੀਆਂ 7 ਬਾਣੀਆਂ ਵਿੱਚੋਂ ਇੱਕ ਹੈ। 6ਵੇਂ ਥਾਂ ਤੇ ਚੰਡੀ ਦੀ ਵਾਰ ਹੈ। ਇਸ ਦਾ ਪਾਠ ਹਵਨ ਕਰਨ ਸਮੇਂ ਕੀਤਾ ਜਾਂਦਾ ਹੈ। ਇਸ ਤੋਂ ਵੱਧ ਇਸ ਵਾਰ ਦਾ ਪਾਠ ਹਰ ਨਾਮਧਾਰੀ ਸਰੀਰ ਨੂੰ ਰੋਜ਼ਾਨਾ ਕਰਨ ਦਾ ਹੁਕਮ ਹੈ। ਇਹ ਇੱਕ ਖਾਸ ਬਾਣੀ ਹੈ ਜਿਸ ਦਾ ਭੋਗ ਸੂਰੀ ਦੀ ਟਿੱਕੀ ਨਾਲ ਪਾਉਣ ਦੀ ਤਾਕੀਦ ਕੀਤੀ ਹੈ। ਹੋਰ ਬਾਣੀਆਂ ਦਾ ਖਾਸ ਮਿਥਿਆ ਸਮਾਂ ਨਹੀਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਸ ਬਾਣੀ ਦੇ ਪੜ੍ਹਨ ਦੇ ਆਰੰਭ ਵਿੱਚ ਅਤੇ ਅੰਤ ਵਿੱਚ ਅਰਦਾਸ ਕਰਨ ਦਾ ਹੁਕਮ ਦਿੱਤਾ ਅਤੇ ਇਹ ਵੀ ਹੁਕਮ ਕੀਤਾ ਕਿ ਅਰਦਾਸ ਵਿੱਚ ਇਹ ਮੰਗ ਜ਼ਰੂਰ ਮੰਗੀ ਜਾਏ, ਹੇ ਭਗਵਤੀ ਮਾਤਾ, ਹੇ ਜਗਦੰਬਾ, ਆਦ ਅੰਤ ਦੈਂਤਾਂ ਦਾ ਨਾਸ ਕਰਨ ਵਾਲੀ, ਗਊ ਵੱਧ ਕਰਨ ਵਾਲਿਆਂ ਅਤੇ ਭੱਛਣ ਕਰਨ ਵਾਲਿਆਂ ਦਾ ਨਾਸ ਕਰੀ। ਹੇ ਸ਼ਕਤੀ ਮਾਤਾ, ਮੇਰੇ ਵਿੱਚ ਜੋ ਮਨਮੁਖੀ ਸੁਭਾਏ ਹਨ ਅਰ ਬਾਹਰ ਜੋ ਤਾਮਸੀ ਸੁਭਾਏ ਦੁੱਖ ਦੇਣ ਵਾਲੇ ਹਨ, ਸਭਨਾਂ ਦਾ ਨਾਸ ਕਰੀ। ਇਹ ਅਰਦਾਸ ਜ਼ਰੂਰ ਕਰਨੀ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਗਿਆਨ ਪ੍ਰਬੋਧ ਦਾ। ਇਸ ਵਿੱਚ ਪਰਮਾਤਮਾ ਦੇ ਸਰੂਪ ਦਾ ਚਿੱਤਰਣ ਕੀਤਾ ਹੈ। ਫਿਰ ਆਤਮਾ ਪਰਮਾਤਮਾ ਦਾ ਸੰਵਾਦ ਅਤੇ ਕਲਯੁਗ ਦੇ ਆਰੰਭ ਵਿੱਚ ਹੋਏ ਰਾਜਿਆਂ ਦਾ, ਜਿਵੇਂ ਪ੍ਰੀਛਤ, ਜਨਮੇਜਾ, ਅਜੈ ਸਿੰਘ, ਮੁਨੀ ਰਾਜਾ ਆਦਿ ਦਾ ਵਰਣਨ ਕੀਤਾ ਹੈ। ਫਿਰ ਸੁਰਾਪਾਨ, ਜੂਆ ਖੇਡਣ ਅਤੇ ਪਰ ਇਸਤਰੀ ਗਮਨ ਦੇ ਮਾੜੇ ਸਿੱਟਿਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ। 8ਵੇਂ ਸਥਾਨ ਤੇ 24 ਅਵਤਾਰ। ਇਹ ਵਿਸ਼ਨੂੰ ਦੇ 24 ਅਵਤਾਰ ਹਨ। ਮੱਛ ਅਵਤਾਰ, ਕੱਛ ਅਵਤਾਰ, ਨਰ, ਨਾਰਾਇਣ, ਮੋਹਣੀ, ਬੈਰਾਹਾ, ਨਰਸਿੰਘ, ਵਾਮਨ, ਪਰਸਰਾਮ, ਬ੍ਰਹਮਾ, ਰੁਦਰ, ਜਲੰਧਰ, ਵਿਸ਼ਨ, ਸ਼ੇਸ਼ਈ, ਅਰਹੰਤ ਦੇਵ, ਮਨ ਰਾਜਾ, ਤਨੰਤਰ, ਸੂਰਜ, ਚੰਦਰਮਾ, ਰਾਮ, ਕ੍ਰਿਸ਼ਨ, ਨਰ ਜਿਸ ਨੂੰ ਅਰਜਨ ਵੀ ਕਿਹਾ ਹੈ, ਬੁੱਧ ਅਤੇ ਨੇਹ ਕਲੰਕੀ। ਕ੍ਰਿਸ਼ਨਾ ਅਵਤਾਰ ਦੀ ਕਥਾ ਸਭ ਤੋਂ ਵੱਡੀ ਹੈ। ਉਸ ਤੋਂ ਬਾਅਦ ਰਾਮਾ ਅਵਤਾਰ ਦੀ। ਇਹ ਉਪਰੋਕਤ ਸਮੇਂ-ਸਮੇਂ ਜਿਸ ਤਰ੍ਹਾਂ ਲੋੜ ਪੈਣ ਤੇ ਅਵਤਾਰ ਧਾਰਨੇ ਪਏ, ਆ ਕੇ ਜੋ ਕੌਤਕ ਕੀਤੇ ਉਹਨਾਂ ਦਾ ਵਰਣਨ ਸਪਸ਼ਟ ਰੂਪ ਵਿੱਚ ਕੀਤਾ ਹੈ। ਸਮੇਂ ਦੀ ਥੋੜ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ ਅਵਤਾਰਾਂ ਵਿੱਚੋਂ ਕੇਵਲ ਸੰਖੇਪ ਵਿੱਚ ਕ੍ਰਿਸ਼ਨਾ ਅਵਤਾਰ ਦੇ ਪ੍ਰਕਰਨ ਵਿੱਚ ਕੁਝ ਕਹਾਂਗਾ। ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਦੇ ਕਾਰਨ ਬਾਲ ਲੀਲਾ, ਦੈਂਤਾਂ ਦੇ ਸੰਘਾਰ ਤੋਂ ਛੁੱਟ ਗੋਪੀਆਂ ਨਾਲ
ਰਾਸ ਲੀਲਾ ਦਾ ਵਰਣਨ ਅਤੇ 2 12ਵਾਂ ਦੀ ਰਚਨਾ ਰਾਹੀਂ ਵਿਛੋੜੇ ਦਾ ਵਰਣਨ ਕੀਤਾ ਹੈ, ਜਿਸ ਵਿੱਚੋਂ ਵੰਨਗੀ ਦੇ ਤੌਰ ਤੇ ਮੈਂ ਅਰਜ਼ ਕਰਾਂ। ਸਾਵਣ ਦੇ ਮਹੀਨੇ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ। ਜੋਰ ਕਟਾ ਕਨ ਆਏ ਜਹਾਂ ਸਖੀ, ਬੂੰਦਨ ਮੇਘ ਭਲੀ ਛਬ ਪਾਈ। ਬੋਲਤ ਚਾਤ੍ਰਿਕ ਦਾਦਰ ਆਓ, ਕਨ ਮੂਰਨ ਪੈ ਕਨ ਘੋਰ ਲਗਾਈ। ਤਾਹੀ ਸਮੈ ਹਮ ਕਾਨਰ ਕੇ ਸੰਗ, ਖੇਲਤ ਥੀ ਅਤ ਪ੍ਰੇਮ ਵਢਾਈ। ਤੌਨ ਸਮੈ ਸੁਖਦਾਇਕ ਥੀ ਰਿਤ, ਔਸਰ ਯਾਹੇ ਭਈ ਦੁਖਦਾਈ। ਦੂਸਰੇ 12 ਮਾਹ ਵਿੱਚ ਪੋਹ ਮਹੀਨੇ ਦਾ ਜ਼ਿਕਰ ਕਰਦਿਆਂ ਇਸ ਤਰ੍ਹਾਂ ਲਿਖਦੇ ਹਨ। ਭੂਮ ਆਕਾਸ਼ ਆਵਾਸ ਸੋ ਬਾਸ, ਉਦਾਸ ਵੱਡੀ ਅਤ ਸੀਤਲ ਤਾਈ। ਕੂਲ ਦੋ ਕੂਲ ਤੇ ਸੂਲ ਉਠੈ, ਸਭ ਤੇਲ ਤਮੋਲ ਲਗੈ ਦੁਖਦਾਈ। ਪੋਖ ਸੰਤੋਖ ਨ ਹੋਤ ਕਛੂ, ਤਨ ਸੋਖਤ ਜਿਉ ਕੁਮਦੀ ਮੁਰਝਾਈ। ਲੋਭ ਰਹਿਓ ਉਨ ਪ੍ਰੇਮ ਗਹਿਓ, ਟਸਕਿਓ ਨ ਹਿਓ ਕਸਕਿਓ ਨ ਕਸਾਈ। ਇਸ ਤੋਂ ਛੁੱਟ ਕ੍ਰਿਸ਼ਨਾ ਅਵਤਾਰ ਦੇ ਪ੍ਰਸੰਗ ਵਿੱਚ ਸਿਕੰਦ ਪੁਰਾਣ ਦੇ ਹਵਾਲੇ ਨਾਲ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਖੜਗ ਸਿੰਘ ਦੇ ਨਾਲ ਯੁੱਧ ਦਾ ਵਰਣਨ ਇੱਕ ਅਦੁੱਤੀ ਰਚਨਾ ਹੈ, ਜੋ ਹੋਰ ਕਿਧਰੇ ਨਹੀਂ ਮਿਲਦੀ। ਵਿਸ਼ਨੂੰ ਜੀ ਦੇ 24 ਅਵਤਾਰਾਂ ਤੋਂ ਬਾਅਦ ਬ੍ਰਹਮਾ ਜੀ ਦੇ 7 ਅਵਤਾਰਾਂ ਦੀ ਗੱਲ ਕਰਦਿਆਂ ਗੁਰੂ ਜੀ ਇਸ ਤਰ੍ਹਾਂ ਉਹਨਾਂ ਦੇ ਨਾਮ ਵਰਣਨ ਕਰਦੇ ਹਨ। ਬਾਲਮੀਕ, ਕਸ਼ਪ, ਸੁਕਰ, ਬਾਚੇਸ, ਬਿਆਸ, ਸ਼ਾਸਤਰੋਧਾਰਕ ਅਤੇ ਕਾਲੀਦਾਸ। 10ਵੇਂ ਸਥਾਨ ਤੇ ਹੈ ਰੁਦਰ ਅਵਤਾਰ। ਇਸ ਦੇ ਕੇਵਲ 2 ਅਵਤਾਰ ਮੰਨੇ ਹਨ। ਪਹਿਲਾ ਦੱਤਾਤਰੈ, ਜਿਸ ਨੇ 24 ਗੁਰੂ ਧਾਰਨ ਕੀਤੇ। ਕੇਵਲ ਉਹਨਾਂ ਦੀ ਆਪਣੇ ਆਪਣੇ ਕੰਮਾਂ ਵਿੱਚ ਲੀਨਤਾ ਦਾ ਗੁਣ ਲੈ ਕੇ ਤੇ ਸਮਝਿਆ, ਐਸ ਭਾਂਤ ਜੋ ਸਾਹਿਬ ਧਿਆਈਐ, ਤਬ ਹੀ ਪੁਰਖ ਪੁਰਾਤਨ ਪਈਐ। ਦੂਸਰਾ ਅਵਤਾਰ ਪਾਰਸਨਾਥ ਦਾ ਲਿਖਿਆ। ਇਸ ਦਾ ਪ੍ਰਸੰਗ ਇਸ ਤਰ੍ਹਾਂ ਹੈ। ਪਾਰਸਨਾਥ ਨੇ ਤਪੱਸਿਆ ਕਰਕੇ ਦੇਵੀ ਤੋਂ ਸਾਰੀਆਂ ਵਿਦਿਆਵਾਂ ਦਾ ਗਿਆਨ ਅਤੇ ਚੱਕਰਵਰਤੀ ਪਦ ਪ੍ਰਾਪਤ ਕੀਤਾ। ਲਗਭਗ ਸਾਰੇ ਸੰਸਾਰ ਨੂੰ ਆਪਣੇ ਅਧੀਨ ਕਰ ਲਿਆ। ਮਨ ਵਿੱਚ ਵਿਚਾਰ ਆਈ ਕਿ ਮੈਂ ਕਿਸ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ। ਮੈਂ ਪਤਾ ਕਰਾਂ। ਇਸ ਇੱਛਾ ਅਨੁਸਾਰ ਮੱਛ ਦੇ ਪੇਟ ਨੂੰ ਚੀਰ ਕੇ ਬ੍ਰਹਮ ਗਿਆਨੀ ਮਛਿੰਦਰਨਾਥ ਜੋਗੀ ਨੂੰ ਕੱਢਿਆ ਤੇ ਪੁੱਛਿਆ ਕਿ ਮੈਂ ਕਿਸ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ। ਤਾਂ ਮਛਿੰਦਰਨਾਥ ਨੇ ਜਵਾਬ ਦਿੱਤਾ, ਐ ਰਾਜਨ, ਜੋ ਮਨ ਜੀਤਤ ਹੈ ਸਭ ਦੇਸ, ਵਹਿ ਤੁਮਰੇ ਨ੍ਰਿਪ ਹਾਥ ਨਾ ਆਇਓ। ਸੁਣ ਕੇ ਪਾਰਸਨਾਥ ਨੂੰ ਕੁਛ ਹੋਸ਼ ਆਈ ਤੇ ਪੁੱਛਿਆ ਕਿ ਮਨ ਨੂੰ ਕਿਸ ਤਰ੍ਹਾਂ ਵਸ ਕੀਤਾ ਜਾਵੇ। ਤਾਂ ਮਛਿੰਦਰਨਾਥ ਨੇ ਮਨ ਨੂੰ ਰਾਜਾ ਮੰਨ ਕੇ ਉਸ ਦੇ 2 ਸੈਨਾਪਤੀ ਅਵਿਵੇਕ ਅਤੇ ਵਿਵੇਕ, ਉਹਨਾਂ ਦਾ ਫੌਜਾਂ ਸਹਿਤ ਵਿਸਥਾਰ ਨਾਲ ਵਰਣਨ ਕੀਤਾ। ਪਹਿਲੋਂ ਅਵਿਵੇਕ ਸੈਨਾਪਤੀ ਦੇ ਨਾਇਕਾਂ ਦਾ ਵਰਣਨ ਕੀਤਾ। ਕਾਮਦੇਵ, ਮਦ, ਗੁਮਾਨ, ਅਪਮਾਨ, ਅਨਰਥ, ਨਿੰਦਾ, ਕਪਟ, ਲੋਭ, ਮੋਹ, ਹੰਕਾਰ, ਕ੍ਰੋਧ, ਦ੍ਰੋਹ, ਸੰਦੇਹ, ਝੂਠ, ਚਿੰਤਾ, ਸ਼ੰਕਾ, ਅਸੰਤੋਸ਼, ਹਿੰਸਾ, ਚੋਰੀ, ਵਿਭਚਾਰ, ਮਿੱਤਰ ਦ੍ਰੋਹ, ਰਾਜ ਦ੍ਰੋਹ, ਈਰਖਾ, ਉਚਾਟ, ਘਾਟ ਆਦਿ। ਇਹ ਸਭ ਮਨੁੱਖੀ ਸਰੀਰ ਤੇ ਪ੍ਰਭਾਵ ਪਾ ਰਹੀਆਂ ਬੁਰਾਈਆਂ ਦਾ ਵਰਣਨ ਹੈ। ਜਦ ਇਹ ਸਭ ਕੁਝ ਦਾ ਵਰਣਨ ਕਰਨ ਤੋਂ ਬਾਅਦ ਪਾਰਸਨਾਥ ਦੇ ਕਹਿਣ ਤੇ ਵਿਵੇਕ ਦਲ ਦਾ ਵਰਣਨ ਕਰਨ ਤੋਂ ਪਹਿਲਾਂ ਮਛਿੰਦਰਨਾਥ ਨੇ ਕਿਹਾ ਕਿ ਮੈਂ ਅਵਿਵੇਕ ਦਲ ਦਾ ਵਰਣਨ ਕਰਨ ਨਾਲ ਅਪਵਿੱਤਰ ਹੋ ਗਿਆ ਹਾਂ। ਉਸਨੇ ਇਸ਼ਨਾਨ ਕੀਤਾ ਅਤੇ ਸ਼ੁੱਧੀ ਵਾਸਤੇ ਮੰਤਰ ਪੜ੍ਹੇ। ਇੱਥੇ ਮੈਂ ਬੇਨਤੀ ਕਰਾਂ, ਨਾਮਤਾ ਇਹ ਮਰਿਆਦਾ ਅਨੁਸਾਰ ਹੋ ਰਹੇ ਅਖੰਡ ਪਾਠ ਸਮੇਂ ਇਸ ਪਾਰਸਨਾਥ ਦੇ ਪ੍ਰਸੰਗ ਵਿੱਚ ਜਦ ਇਹ ਪ੍ਰਕਰਨ ਆਉਂਦਾ ਹੈ ਤਾਂ ਅਵਿਵੇਕ ਦੀ ਫੌਜਾਂ ਦਾ ਵਰਣਨ ਹੋ ਜਾਣ ਤੇ ਪਾਠ ਕਰ ਰਹੇ ਪਾਠੀ ਨੂੰ ਬਦਲ ਦਿੱਤਾ ਜਾਂਦਾ ਹੈ। ਦੂਸਰਾ ਪਾਠੀ ਤੁਕ ਲੈ ਲੈਂਦਾ ਹੈ। ਵਿਵੇਕ ਦਲ ਦੇ ਵਰਣਨ ਦੇ ਪ੍ਰਸੰਗ ਦਾ ਪਾਠ ਦੂਸਰਾ ਪਾਠੀ ਕਰਦਾ ਹੈ। ਪਹਿਲਾ ਪਾਠੀ ਇਸ਼ਨਾਨ ਕਰਨ ਤੋਂ ਬਿਨਾਂ ਨਾ ਪਾਠ ਦੀ ਵਾਰੀ ਲਾ ਸਕਦਾ ਹੈ ਅਤੇ ਨਾ ਹੀ ਪ੍ਰਸ਼ਾਦਾ ਆਦਿ ਛਕ ਸਕਦਾ ਹੈ। ਮਛਿੰਦਰਨਾਥ ਅਨੁਸਾਰ ਵਿਵੇਕ ਦਲ ਦੇ ਸੂਰਮੇ ਧੀਰਜ, ਬ੍ਰਤ, ਸੰਜਮ, ਨਿਯਮ, ਅਰਚਾ, ਪੂਜਾ, ਅਵਿਕਾਰ, ਵਿਦਿਆ, ਲੱਜਿਆ, ਅਮੋਹ, ਅਲੋਭ, ਅਕਾਮ, ਅਕ੍ਰੋਧ, ਭਗਤੀ, ਪਾਠ, ਸੁਕਰਮ, ਦਾਨ, ਸਤ, ਸੰਤੋਖ, ਜਤ,
ਤਪ, ਪ੍ਰੇਮ, ਧਿਆਨ, ਉਦਮ ਅਤੇ ਉਪਕਾਰ ਆਦਿ ਹਨ। ਮਛਿੰਦਰਨਾਥ ਦੇ ਕਹਿਣ ਅਨੁਸਾਰ ਇਹਨਾਂ ਦਾ ਯੁੱਧ ਚੱਲਿਆ ਆ ਰਿਹਾ ਹੈ ਜੋ ਸਮਾਪਤ ਨਹੀਂ ਹੋਇਆ। ਅੰਤ ਵਿੱਚ ਪਾਰਸਨਾਥ ਨੇ ਪਸ਼ਚਾਤਾਪ ਕਰਕੇ ਯੋਗ ਅਗਨ ਦੁਆਰਾ ਆਪਣੇ ਆਪ ਨੂੰ ਭਸਮ ਕਰ ਲਿਆ। ਇਸ ਤੋਂ ਬਾਅਦ ਕੁਝ ਫੁਟਕਲ ਰਚਨਾਵਾਂ ਹਨ। ਸ਼ਬਦ ਹਜ਼ਾਰੇ, ਸਵਈਏ 33, ਖਾਲਸਾ ਮਹਿਮਾ ਆਦਿ। 11ਵੇਂ ਨੰਬਰ ਤੇ ਸ਼ਸਤਰ ਨਾਮ ਵਾਲਾ ਇਸ ਵਿੱਚ ਸ਼ਸਤਰਾਂ ਦੇ ਨਾਮ ਗਿਣਾਏ ਹਨ। 5 ਅਧਿਆਵਾਂ ਵਿੱਚ ਵਰਣਨ ਕਰਕੇ ਦ੍ਰਿਸ਼ਟ ਕੂੰਟਾਂ ਰਾਹੀਂ ਅਤੇ ਆਪਣੀ ਅਲੌਕਿਕ ਕਵਿਤਾ ਦੁਆਰਾ 7 ਤਰ੍ਹਾਂ ਦੇ ਛੰਦਾਂ ਰਾਹੀਂ ਸ਼ਸਤਰਾਂ ਦੀ ਉਪਮਾ ਕੀਤੀ ਹੈ। ਇਸ ਤੋਂ ਪਿੱਛੋਂ ਤ੍ਰਿਤਰੋਪਖਿਆਨ ਜੋ ਕਿ 580 ਸਫ਼ਿਆਂ ਵਿੱਚ ਫੈਲਿਆ ਇਹ ਪ੍ਰਕਰਨ 404 ਪੁਰਾਤਨ ਸਾਖੀਆਂ ਦਾ ਹੈ, ਜਿਸ ਵਿੱਚ ਕੁਝ ਪੁਰਖ ਚਰਿੱਤਰ ਅਤੇ ਬਾਕੀ ਤ੍ਰਿਆ ਚਰਿੱਤਰ ਹਨ। ਗੁਰੂ ਜੀ ਦਾ ਚਰਿੱਤਰੋਪਖਿਆਨ ਲਿਖਣ ਦਾ ਮਨੋਰਥ ਸਿੱਖ ਸਮਾਜ ਨੂੰ ਅਦੇਹੀ ਦੇਣ ਦਾ ਹੈ ਕਿ ਉਹ ਇਸ ਨੂੰ ਪੜ੍ਹ ਕੇ ਸੰਸਾਰਕ ਵਿਹਾਰ ਵਿੱਚ ਸੁਚੇਤ ਹੋ ਸਕਣ, ਜਿਸ ਵਿੱਚ ਬਹੁਤ ਚਰਿੱਤਰਾਂ ਵਿੱਚ ਕਾਮ ਕ੍ਰੀੜਾਵਾਂ ਦਾ ਸਪਸ਼ਟ ਅਤੇ ਨਿਸ਼ੰਗ ਵਰਣਨ ਕੀਤਾ ਹੈ, ਜਿਸ ਨੂੰ ਆਮ ਸੱਜਣ ਅਸ਼ਲੀਲ ਭਾਸ਼ਾ ਦੀ ਵਰਤੋਂ ਸਮਝਦੇ ਹਨ। ਇਸ ਕਾਰਨ ਕਲਗੀਧਰ ਦੀ ਬਾਣੀ ਮੰਨਣ ਤੋਂ ਮੁਨਕਰ ਹਨ। ਇੱਥੇ ਇਸੇ 404 ਚਰਿੱਤਰ ਦੇ ਅੰਤ ਵਿੱਚ ਛੰਦ ਨੰਬਰ 375 ਤੋਂ 405 ਤੱਕ ਚੌਪਈ ਦਾ ਪਾਠ ਹੈ। ਪੁਨ ਰਾਛਸ ਕਾ ਕਾਟਾ ਸੀਸਾ ਤੂੰ, ਤੀਰ ਸਤਦਰਵ ਗ੍ਰੰਥ ਸੁਧਾਰਾ ਤੱਕ ਇਸ ਦੇ ਅੰਕ ਲਗਾਤਾਰ ਚੱਲਦੇ ਹਨ। ਇਹ ਬਾਣੀ ਅੰਮ੍ਰਿਤ ਬਣਾਉਣ ਵੇਲੇ ਪੜ੍ਹੀਆਂ ਜਾਣ ਵਾਲੀਆਂ 5 ਬਾਣੀਆਂ ਵਿੱਚੋਂ ਇੱਕ ਹੈ। ਨਾਮਧਾਰੀ ਮਰਿਆਦਾ ਅਨੁਸਾਰ ਹਵਨ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ 7 ਬਾਣੀਆਂ ਵਿੱਚੋਂ ਵੀ ਇੱਕ ਹੈ। ਰਹਿ ਰਾਸ ਦਾ ਪਾਠ ਜੋ ਸ਼ਾਮ ਨੂੰ ਰੋਜ਼ਾਨਾ ਪੜ੍ਹੀ ਜਾਣ ਵਾਲੀ ਬਾਣੀ ਵਿੱਚ ਵੀ ਇਸ ਚੌਪਈ ਦਾ ਪਾਠ ਜ਼ਰੂਰੀ ਹੈ। ਇਸ ਲਈ ਕੋਈ ਵੀ ਗੁਰਸਿੱਖ ਇਸ ਬਾਣੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦਾ। 14ਵਾਂ ਅਧਿਆਇ ਹੈ ਜਫਰਨਾਮਾ। ਇਸ ਦੀ ਭਾਸ਼ਾ ਫਾਰਸੀ ਹੈ। ਜਫਰਨਾਮੇ ਤੋਂ ਭਾਵ ਫਤਹਿਨਾਮਾ ਜਾਂ ਜਿੱਤ ਦੀ ਚਿੱਠੀ। ਇਹ ਫਤਹਿਨਾਮਾ ਸ੍ਰੀ ਕਲਗੀਧਰ ਪਾਤਸ਼ਾਹ ਨੇ ਮਾਲਵੇ ਵਿੱਚ ਕਾਂਗੜ ਪਿੰਡ ਤੋਂ 1763 ਵਿਕਰਮੀ ਵਿੱਚ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਬਾਦਸ਼ਾਹ ਔਰੰਗਜ਼ੇਬ ਨੂੰ ਭੇਜਿਆ, ਜਿਸ ਵਿੱਚ ਉਸ ਨੂੰ ਉਸ ਦੇ ਅਨਿਆਂ ਦਾ ਅਹਿਸਾਸ ਕਰਵਾਇਆ ਅਤੇ ਹਿਤਪਰੀ ਸਿੱਖਿਆ ਵੀ ਦਿੱਤੀ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਚਿੱਠੀ ਨੂੰ ਪੜ੍ਹ ਕੇ ਔਰੰਗਜ਼ੇਬ ਦਾ ਦਿਲ ਪਸੀਜ ਗਿਆ ਅਤੇ ਸੂਬਾ ਲਾਹੌਰ ਨੂੰ ਅਤੇ ਸੂਬਾ ਸਰਹੰਦ ਨੂੰ ਗੁਰੂ ਜੀ ਨਾਲ ਚੰਗਾ ਵਿਹਾਰ ਕਰਨ ਲਈ ਲਿਖ ਭੇਜਿਆ। ਪਰ ਕਈ ਇਤਿਹਾਸਕਾਰ ਲਿਖਦੇ ਹਨ ਕਿ ਬਾਦਸ਼ਾਹ ਦੇ ਦਿਲ ਤੇ ਅਨਿਆਕਾਰੀ ਦਾ ਡੂੰਘਾ ਪ੍ਰਭਾਵ ਪਿਆ ਅਤੇ ਉਹ ਨਮੋਸ਼ੀ ਕਾਰਨ ਹੀ ਮਰ ਗਿਆ। ਇਸ ਜਫਰਨਾਮੇ ਦੇ ਸਿਰਲੇਖ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਵਿੱਚ ਜਿੱਥੇ ਨਾਮ ਦੀ ਦਾਤ ਮੰਗੀ ਹੈ, ਵਿਦੇਹ ਸਾਕੀਆ ਸਾਗਰੇ ਸਬਜ਼ ਰੰਗ, ਭਾਵ ਮੈਨੂੰ ਨਾਮ ਰੂਪੀ ਹਰੇ ਰੰਗ ਦਾ ਪਿਆਲਾ ਦੇ, ਨਾਮ ਦੇ ਨਾਲ ਇਹ ਵੀ ਮੰਗਦੇ ਹਨ ਬਮਨ ਦੇਹ ਕੇ ਬਖਤ ਆਜ਼ਮਾਈ ਕੁਨਮ ਕਿ ਤੇਗੇ ਖੁਦਾਸ਼ ਕਾਰਵਾਈ ਕੁਨਮ। ਹੇ ਅਕਾਲ ਪੁਰਖ, ਮੈਨੂੰ ਇਹ ਵੀ ਦਾਤ ਬਖਸ਼ ਕਿ ਮੈਂ ਆਪਣੇ ਭਾਗਾਂ ਦੀ ਅਜਮਾਇਸ਼ ਕਰਾਂ ਅਤੇ ਜ਼ੁਲਮ ਦੇ ਵਿਰੁੱਧ ਆਪਣੀ ਤਲਵਾਰ ਦੀ ਕਾਰਵਾਈ ਕਰ ਸਕਾਂ। ਇਸੇ ਜਫਰਨਾਮੇ ਵਿੱਚ ਇੱਕ ਹੋਰ ਤੁਕ ਹੈ, ਚੁਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਭਾਵ ਗੁਰੂ ਜੀ ਕਹਿੰਦੇ ਹਨ, ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖਤਮ ਹੋ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ। ਭਾਵ ਭਗਤੀ ਨਾਲ ਸ਼ਕਤੀ ਦਾ ਹੋਣਾ ਜ਼ਰੂਰੀ ਹੈ। ਜਫਰਨਾਮੇ ਤੋਂ ਬਾਅਦ 11 ਹਕਾਇਤਾਂ ਹਨ। ਹਕਾਇਤ ਦਾ ਭਾਵ ਦਾਸਤਾਨ ਜਾਂ ਕਹਾਣੀ। ਗਿਣਤੀ ਅਨੁਸਾਰ ਜਫਰਨਾਮੇ ਨੂੰ ਮਿਲਾ ਕੇ ਅੰਤ ਤੇ 12 ਦਾ ਅੰਕ ਦਿੱਤਾ ਹੈ। ਇਸ ਵਿੱਚ ਆਈਆਂ ਕਹਾਣੀਆਂ ਕੁਝ ਪਿੱਛੇ ਆਏ ਚਰਿੱਤਰਾਂ ਵਿੱਚੋਂ ਲੈ ਕੇ ਕਵਿਤਾ ਦਾ ਨਵਾਂ ਰੂਪ ਦਿੱਤਾ ਗਿਆ ਹੈ। ਵਰਤਮਾਨ ਦਸਮ ਗ੍ਰੰਥ ਦੇ ਅੰਤ ਵਿੱਚ ਪੰਨਾ ਊੜੇ ਤੋਂ ਗੱਗਾ ਦੇ ਕੇ ਅਸਫੋਟਕ ਬਿੱਦ ਦੇ ਸਿਰਲੇਖ ਹੇਠ ਬਾਣੀ ਲਿਖੀ, ਜਿਸ ਦੇ ਦੋਹਰੇ, ਸਵਈਏ ਅਤੇ ਕਵਿਤਾ ਆਦਿ ਦੀ ਗਿਣਤੀ 45 ਹੈ। ਇਹ ਬਾਣੀ ਕੁਝ ਛੰਦ ਇਸੇ ਗ੍ਰੰਥ ਵਿੱਚ ਪਹਿਲਾਂ ਆਏ ਛੰਦਾਂ ਦੇ ਹੀ ਕੁਝ ਫਰਕ ਨਾਲ ਅਤੇ ਕੁਝ ਨਵੇਂ ਛੰਦਾਂ ਦਾ ਸਮੂਹ ਹੈ। ਨਾਮਧਾਰੀ ਮਰਿਆਦਾ ਅਨੁਸਾਰ ਸ੍ਰੀ ਦਸਮ ਗ੍ਰੰਥ ਦੇ ਸਧਾਰਨ ਪਾਠ ਜਾਂ ਅਖੰਡ ਪਾਠ ਕਰਨ ਸਮੇਂ ਇਸ ਬਾਣੀ ਨੂੰ ਤ੍ਰਿਆ ਚਰਿੱਤਰਾਂ ਦੀ ਸਮਾਪਤੀ
ਅਤੇ ਜਫਰਨਾਮੇ ਦੇ ਆਰੰਭ ਵਿੱਚ ਪੜ੍ਹਿਆ ਜਾਂਦਾ ਹੈ। ਸ੍ਰੀ ਦਸਮ ਗ੍ਰੰਥ ਦੇ ਪਾਠ ਦਾ ਭੋਗ ਤਾਂ 12ਵੀਂ ਹਕਾਇਤ ਪੜ੍ਹ ਕੇ ਪਾਇਆ ਜਾਣਾ ਹੀ ਮਰਿਆਦਾ ਹੈ। ਇਸ ਦੇ ਨਾਲ ਹੀ ਮਾਝ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੇ ਸਿਰਲੇਖ ਹੇਠ ਸ਼ਬਦ ਹੈ, ਜਿਸ ਦੀ ਪਹਿਲੀ ਤੁਕ ਹੈ ਲੱਖੀ ਜੰਗਲ ਖਾਲਸਾ। ਇਸ ਤੋਂ ਬਾਅਦ ਅੰਤ ਵਿੱਚ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜੋ ਫਾਰਸੀ ਵਿੱਚ ਰਚਨਾ ਹੈ, ਸਿੱਖੀ ਰਹਿਤ ਬਾਰੇ ਦੱਸੀ ਹੈ। 4 ਸ਼ਲੋਕ ਹਨ, ਜਿਨ੍ਹਾਂ ਵਿੱਚੋਂ 2 ਸ਼ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ 5 ਕਕਾਰਾਂ ਦਾ ਵਰਣਨ ਕਰਦੇ ਹਨ ਅਤੇ ਅਖੀਰਲੇ 2 ਵਿੱਚ ਵਿਵਰਜਿਤ 5 ਕੁਕਰਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਬੇਨਤੀਆਂ ਮੈਂ 1428 ਪੰਨੇ ਵਾਲੀ ਬੀੜ ਵਿੱਚ ਆਈ ਬਾਣੀਆਂ ਬਾਰੇ ਕੀਤੀਆਂ ਹਨ। ਇਸ ਤੋਂ ਛੁੱਟ ਪਟਨੇ ਸਾਹਿਬ ਵਾਲੀ ਬੀੜ ਵਿੱਚ ਉਗਰਦੰਤੀ ਨਾਮ ਦੀ ਬਾਣੀ ਦਰਜ ਹੈ। ਜੇ ਮੈਂ ਭੁੱਲਦਾ ਨਹੀਂ ਤਾਂ ਉਹ ਸ਼ਬਦ ਹਜ਼ਾਰੇ ਤੋਂ ਬਾਅਦ ਦਰਜ ਹੈ। ਇਹ ਵੀ ਕਿਰਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਕਿਉਂਕਿ ਇਸ ਦੇ ਆਰੰਭ ਵਿੱਚ ਪਾਠ ਹੈ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਭਗਵਤੀ ਜੀ ਕਾ ਛੰਦ ਛੱਕਾ ਪਹਿਲਾ, ਨਮੋ ਉਗਰਦੰਤੀ ਅਨੰਤੀ ਸਵਈਆ। ਇਹ ਬਾਣੀ 6 ਛੰਦਾਂ ਦਾ ਇਕੱਠ ਹੈ। 6ਵੇਂ ਛੰਦ ਦੀ ਸਮਾਪਤੀ ਦੇ 2 ਦੋਹਰੇ ਹਨ। ਉਸ ਤੋਂ ਬਾਅਦ ਚੌਪਈ ਉਚਾਰੀ ਹੈ। ਅੰਤ ਵਿੱਚ ਲਿਖਿਆ ਹੈ, ਇਤ ਸ੍ਰੀ ਗੋਬਿੰਦ ਸਿੰਘ ਵਿਰਚਤੇ ਸ੍ਰੀ ਭਗਵਤੀ ਛੰਦ ਖਸ਼ਟਕੰ ਸਮਾਪਤੰ ਮਸਤ ਸ਼ੁਭ ਮਸਤ। ਇਹ ਬਾਣੀ ਨਾਮਧਾਰੀ ਮਰਿਆਦਾ ਅਨੁਸਾਰ ਹਵਨ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ 7 ਬਾਣੀਆਂ ਵਿੱਚੋਂ ਇੱਕ ਹੈ, ਜੋ ਸ੍ਰੀ ਗੁਰੂ ਹਰੀ ਸਿੰਘ ਜੀ ਨੇ ਪੜ੍ਹਨ ਦਾ ਹੁਕਮ ਦਿੱਤਾ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਰੋਜ਼ਾਨਾ ਪੜ੍ਹੀਆਂ ਜਾਣ ਵਾਲੀਆਂ ਨਿਤਨੇਮ ਦੀਆਂ ਬਾਣੀਆਂ ਵਿੱਚ ਵੀ ਇਸ ਨੂੰ ਕਈ ਹੁਕਮਨਾਮਿਆਂ ਰਾਹੀਂ ਪੜ੍ਹਨ ਦਾ ਹੁਕਮ ਲਿਖ ਭੇਜਿਆ। ਨਾਮਧਾਰੀ ਮਰਿਆਦਾ ਅਨੁਸਾਰ ਅੰਮ੍ਰਿਤ ਬਣਾਉਣ ਸਮੇਂ ਪੜ੍ਹੀਆਂ ਜਾਣ ਵਾਲੀਆਂ 5 ਬਾਣੀਆਂ ਇਹ ਹਨ, ਜਪ, ਜਾਪ, ਚੌਪਈ, ਆਨੰਦ ਸਾਹਿਬ, ਸਾਰਾ ਅਤੇ 10 ਸਵਈਏ। ਅਕਾਲ ਉਸਤਤ ਵਿੱਚੋਂ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਪੜ੍ਹੇ ਜਾਂਦੇ ਹਨ। ਇਸ ਤਰ੍ਹਾਂ ਇਹਨਾਂ 5 ਬਾਣੀਆਂ ਵਿੱਚੋਂ 3 ਬਾਣੀਆਂ ਦਸਮ ਪਾਤਸ਼ਾਹ ਜੀ ਦੀਆਂ ਹਨ। ਇਸੇ ਤਰ੍ਹਾਂ ਨਾਮਧਾਰੀ ਮਰਿਆਦਾ ਅਨੁਸਾਰ ਹਵਨ ਸਮੇਂ ਪੜ੍ਹੀਆਂ ਜਾਣ ਵਾਲੀਆਂ 7 ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ, ਜਪ, ਜਾਪ, ਚੌਪਈ, ਚੰਡੀ ਦੀ ਵਾਰ, ਚੰਡੀ ਚਰਿੱਤਰ ਦੂਸਰਾ, ਉਗਰਦੰਤੀ ਅਤੇ ਅਕਾਲ ਉਸਤਤ। ਇਸ ਵਿੱਚ 7 ਬਾਣੀਆਂ ਵਿੱਚੋਂ 6 ਬਾਣੀਆਂ ਦੇ ਰਚਨਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਇਹ ਸਭ ਕੁਝ ਕਹਿਣ ਦਾ ਮੇਰਾ ਭਾਵ ਹੈ ਕਿ ਇੰਨੀ ਵੱਡਮੁੱਲੀ ਦਾਤ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਜਿਸ ਦਾ ਦੇਣ ਦਿੱਤਾ ਨਹੀਂ ਜਾ ਸਕਦਾ। ਹੁਣ ਮੈਂ ਬੇਨਤੀ ਕਰਾਂ, ਸ੍ਰੀ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਦੀ ਬਾਣੀ ਦੀ ਸਿਧਾਂਤਕ ਇਕਸਾਰਤਾ ਦੇ ਕੁਝ ਨਮੂਨੇ। 547 ਅੰਗ ਤੇ ਆਦਿ ਗ੍ਰੰਥ ਵਿੱਚ ਲਿਖਦੇ ਹਨ, ਪਾਲਹਿ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ। ਇਸ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਰੋਜ਼ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਆਦਿ ਵਿੱਚ ਇੱਛਾ ਪੂਰਕ ਸਰਬ ਸੁਖ ਦਾਤਾ। ਦਸਮ ਦੇ ਜਮ ਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ। ਆਦਿ ਦੀ ਤੁਕ ਹੈ ਪੀਤ ਪੀਤਾੰਬਰ ਤ੍ਰਿਭਵਨ ਧਨੀ। ਦਸਮ ਵਿੱਚ ਲਿਖਦੇ ਹਨ, ਪੀਟ ਬਰਨ ਪਟ ਸਿਆਮ ਤਨ ਨਰ ਨਾਹਿਨ ਕੇ ਨਾਹੇ। ਆਦਿ ਵਿੱਚ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਦਸਵੇਂ ਪਾਤਸ਼ਾਹ ਲਿਖਦੇ ਹਨ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਆਦਿ ਵਿੱਚ ਤੁਕ ਆਉਂਦੀ ਹੈ, ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗਿਆ ਕਰ ਧਰਿਆ। ਸਵਈਆਂ ਵਿੱਚ ਪਾਠ ਹੈ, ਜੀਵ ਜਿਤੇ ਜਲ ਮੈ ਥਲ ਮੈ ਸਭ ਕੇ ਸਦ ਪੇਟ ਕੋ ਪੋਖਣ ਹਾਰਾ। ਆਦਿ ਵਿੱਚ ਗੁਰੂ ਜੀ ਲਿਖਦੇ ਹਨ 257 ਅੰਗ ਤੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ। ਕਲਗੀਧਰ ਪਾਤਸ਼ਾਹ ਲਿਖਦੇ ਹਨ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ। ਆਦਿ ਦੀ ਤੁਕ ਹੈ, ਜਲ ਤਰੰਗ ਅਰ ਫੇਨ ਬੁੱਧ ਬੁਦਾ ਜਲ ਤੇ ਭਿੰਨ ਨਾ ਹੋਈ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ, ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੈ ਪਾਨ ਹੀ ਕਹਾਏਂਗੇ। ਆਦਿ ਵਿੱਚ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਦਸਮ ਹਾਥ ਦੀਪਕ ਲੈ ਮਹਾਪਸ ਮਧ ਕੂਪ ਪਰੰਤ। ਕਬੀਰ ਜੀ ਲਿਖਦੇ ਹਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਗੁਰੂ ਗੋਬਿੰਦ ਸਿੰਘ ਜੀ ਪਾਰਸਨਾਥ ਪ੍ਰਸੰਗ ਵਿੱਚ ਲਿਖਦੇ ਹਨ, ਦੁਹੂ ਦਿਸਨ ਮਾਰੂ ਬਜਿਓ ਪਰਿਓ ਨਿਸ਼ਾਨੈ ਘਾਓ ਉਮੜ ਦੁਬਈਆ ਉੱਠ ਚਲੇ ਭਇਓ ਪਿਰਨ ਕੋ ਚਾਓ। ਇਸੇ ਤਰ੍ਹਾਂ ਹੀ ਬਾਵਨ ਰੂਪ ਕੀਆ ਤੁਧ ਕਰਤੇ।
ਦਸਮ ਵਿੱਚ ਲਿਖਦੇ ਹਨ, ਧਰੋ ਬਾਵਨਾ ਬਿਸਨ ਅਸ਼ਟਮ ਬਤਾਰਨ। ਆਦਿ ਵਿੱਚ ਤੁਕ ਆਉਂਦੀ ਹੈ, ਇਹ ਜਗ ਧੂਏ ਕਾ ਪਹਾੜ। ਰਾਮਾ ਅਵਤਾਰ ਦੇ ਪ੍ਰਕਰਨ ਵਿੱਚ ਗੁਰੂ ਜੀ ਕਹਿੰਦੇ ਹਨ, ਇਹ ਜਗ ਧੂਰੋ ਧੌਲ ਹਰ ਕਹਿ ਕੇ ਆਇਓ ਕਾਮ। ਆਦਿ ਵਿੱਚ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਇਸ ਦੇ ਜਵਾਬ ਵਿੱਚ, ਜਾਤੇ ਛੁੱਟ ਗਿਓ ਭ੍ਰਮ ਉਰਕਾ, ਤਿਸ ਆਗਿਆ ਹਿੰਦੂ ਕਿਆ ਤੁਰਕਾ। ਆਦਿ ਦੀ ਤੁਕ ਹੈ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਾਹ ਚੜਿਆ। ਗੁਰੂ ਗੋਬਿੰਦ ਸਿੰਘ ਜੀ ਨੇਹ ਕਲੰਕੀ ਅਵਤਾਰ ਵਿੱਚ ਲਿਖਦੇ ਹਨ, ਘਰ ਘਰ ਝੂਠ ਮੱਸਿਆ ਭਈ, ਸਾਧ ਕਲਾ ਸਸ ਕੀ ਦੁਰ ਗਈ। ਆਦਿ ਦੀ ਤੁਕ ਹੈ, ਅੰਡਜ ਜੇਰਜ ਛੇਤਜ ਉਤਪਜ ਤੇਰੇ ਕੀਤੇ ਜਨਤਾ। ਵਿਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਅੰਡਜ ਜੇਰਜ ਛੇਤਜ ਉਤਪਜ ਕੀਨ ਜਾਸ ਪਸਾਰ। ਜਪ ਸਾਹਿਬ ਦੀ ਤੁਕ ਹੈ, ਬਹੁਤਾ ਕਹੀਐ ਬਹੁਤਾ ਹੋਏ। ਗੁਰੂ ਜੀ ਕਹਿੰਦੇ ਹਨ, ਸਹੰਸ ਜੁਗਨ ਲੋ ਕਰੇ ਵਿਚਾਰਾ, ਤਦਬ ਨਾ ਭਾਵਤ ਪਾਰ ਤੁਮਾਰਾ। ਆਦਿ ਵਿੱਚ ਸਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਦਸਮ ਵਿੱਚ ਪ੍ਰਪੰਚ ਪੰਚ ਹੋਏ ਗੱਡਾ, ਅਪ੍ਰਪੰਚ ਪੰਖ ਕੈ ਉੱਡਾ। ਨੇਹ ਕਲੰਕੀ ਅਵਤਾਰ। ਆਦਿ ਦੀ ਤੁਕ ਹੈ, ਸਤਿਆ ਇਹ ਨਾ ਆਖੀਨ ਜੋ ਮੜਿਆ ਲੱਗ ਜਲਨ, ਨਾਨਕ ਸਤਿਆ ਜਾਣੀਨ ਜੇ ਬਿਰਹੇ ਚੋਟ ਮਰਨ। ਦਸਮ ਵਿੱਚ ਕਿਹਾ ਹੈ, ਤ੍ਰਿਆ ਨਾ ਤਮਨ ਸਰਾਹੀਐ, ਕਰਤ ਅਗਨ ਮੈਂ ਪਿਆਨ, ਤੰਨੇ ਤੰਨੇ ਅਵਲਾ ਤੇਈ ਬਦਤ ਬ੍ਰਿਹ ਕੇ ਬਾਨ। ਆਦਿ ਵਿੱਚ ਆਗੈ ਨਰਕ ਇਹਾਂ ਭੋਗ ਬਿਲਾਸ। ਦਸਮ ਵਿੱਚ ਪਨਹੀ ਇਹਾਂ ਨਰਕ ਤੇ ਆਗੈ। ਨਾਮਦੇਵ ਜੀ ਲਿਖਦੇ ਹਨ, ਬਾਹਰਾ ਜੋ ਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਜਿਨ ਕੀ ਸੁਖ ਕੇ ਸੰਗ ਆਯੂ ਕੱਟੀ, ਤਿਨ ਕੀ ਲੁਥ ਜੰਬਗ ਗੀਦ ਖਈ। ਆਦਿ ਵਿੱਚ ਲਿਖਿਆ ਹੈ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਗੁਰੂ ਗੋਬਿੰਦ ਸਿੰਘ ਜੀ ਚਰਿਤਰਾਂ ਵਿੱਚ ਇੱਕ ਥਾਂ ਲਿਖਦੇ ਹਨ, ਔਰ ਨੂੰ ਉਪਦੇਸ਼ ਕਰੈ, ਆਪ ਧਿਆਨ ਕੋ ਨਾ ਧਰੈ, ਲੋਗਨ ਕੋ ਸਦਾ ਤਿਆਗ ਧਨ ਕੋ ਦ੍ਰਿੜਾਤ ਹੈ। ਆਦਿ ਦੀ ਤੁਕ ਹੈ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ, ਤੋ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ। ਇਹ ਸਭ ਕੁਝ ਮੇਰਾ ਕਹਿਣ ਤੋਂ ਭਾਵ ਗੁਰਬਾਣੀ ਦਾ ਆਦਿ ਦਾ ਅਤੇ ਦਸਮ ਦਾ ਇੱਕੋ ਹੀ ਸਿਧਾਂਤ ਹੈ। ਹੁਣ ਮੈਂ ਕੁਝ ਅਰਥ ਕਰਾਂਗਾ ਉਹਨਾਂ ਪ੍ਰੇਮੀਆਂ ਨੂੰ ਜਿਹੜਾ ਇਸ ਨੂੰ ਗੁਰਬਾਣੀ ਨਾ ਮੰਨਣ ਦਾ ਵੱਡਾ ਬਹਾਨਾ ਅਸ਼ਲੀਲ ਭਾਸ਼ਾ ਦੀ ਵਰਤੋਂ ਸਮਝਦੇ ਹਨ। ਮੈਂ ਕੁਝ ਸ੍ਰੀ ਆਦਿ ਗ੍ਰੰਥ ਵਿੱਚੋਂ ਅਤੇ ਕੁਝ ਭਾਈ ਗੁਰਦਾਸ ਦੀਆਂ ਵਾਰਾਂ ਕਵਿਤ ਸਵਈਆਂ ਵਿੱਚੋਂ ਉਚਾਰੀ ਹੋਈ ਬਾਣੀ ਦੀਆਂ ਕੁਝ ਤੁਕਾਂ ਦਿੰਦਾ ਹਾਂ, ਸ਼ਾਇਦ ਇਸ ਉਪਰੋਕਤ ਭਰਮ ਨੂੰ ਦੂਰ ਕਰਨ ਵਿੱਚ ਸਹਾਇਤ ਹੋ ਸਕਣ। ਆਦਿ ਗ੍ਰੰਥ ਵਿੱਚ ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜਹਿ ਭੋਗ ਬਿਲਾਸ। ਦੂਸਰੀ ਤੁਕ ਹੈ, ਜਾ ਧਨ ਕੰਤ ਨ ਰਾਵੀਆ, ਤਾ ਵਿਰਥਾ ਜੋਬਨ ਸਭ ਜਾਏ। ਫਿਰ ਕਹਿੰਦੇ ਹਨ, ਗਿਆਨ ਰਾਓ ਜਬ ਸੇਜੈ ਆਵੈ, ਤਾ ਨਾਨਕ ਭੋਗ ਕਰੇਈ। ਇੱਕ ਥਾਂ ਲਿਖਿਆ, ਸੇਜੈ ਕੰਤ ਨ ਆਇਓ, ਏਵੈ ਭਇਆ ਵਿਕਾਰ। ਫਿਰ ਹਿਕ ਦੂ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ। ਫਿਰ ਇਸਤਰੀ ਪੁਰਖੈ ਜਾਂ ਨਿਸ ਮੇਲਾ, ਉਥੈ ਮੰਦ ਕਮਾਹੀ। ਕੰਤਾ ਤੂੰ ਸੌ ਸੇਜੜੀ, ਮੈਡਾ ਹੱਬੋ ਦੁਖ ਉਲਾਹੇ। ਆਸਾ ਦੀ ਵਾਰ ਵਿੱਚ ਕਿਹਾ ਹੈ, ਜਿਉ ਜੋਰੂ ਸਿਰ ਨਾਮਣੀ, ਆਵੈ ਵਾਰੋ ਵਾਰ। ਵਾਰਾਂ ਤੇ ਵਧੀਕ ਦੇ ਆਰੰਭ ਵਿੱਚ ਸੱਸੜ ਸੂਈਆ ਕਿਵ ਕਰੀ, ਨਿਮਣ ਨਾ ਜਾਏ ਥਣੀ। ਭਾਈ ਗੁਰਦਾਸ ਜੀ ਦੀ ਬਾਣੀ ਅਨੁਸਾਰ, ਨਾਰ ਪਧਾਰ ਪਿਆਰ ਕਰ, ਸਹਿਜਾ ਭੋਗ ਸੰਜੋਗ ਬਣੰਦਾ। ਦੂਜੀ ਤੁਕ ਹੈ, ਰਾਜੇ ਦੇ 100 ਰਾਣੀਆਂ, ਸੇਜੈ ਆਵੈ ਵਾਰੋ ਵਾਰੀ, ਸਭਨਾ ਰਾਜਾ ਰਾਵਣਾ, ਸੁੰਦਰ ਮੰਦਰ ਸੇਜ ਸਵਾਰੀ। ਇੱਕ ਥਾਂ ਲਿਖਦੇ ਹਨ, ਸੰਗ ਸਪੁੱਤੀ ਨਾ ਥੀਐ, ਖੁਸਰੇ ਨਾਲ ਨ ਰਲੀਆ ਮਾਣੈ। ਫਿਰ ਕਹਿੰਦੇ ਹਨ, ਕਿਉਂ ਕਰ ਟੁੰਡੇ ਹੱਥੜਾ, ਸੋ ਚੁੱਤੀ ਸੋ ਬਾਤ ਬਤਾਵੈ। ਇੱਕ ਤੁਕ ਹੈ, ਮੂੰਹ ਅੱਖੀ ਨੱਕ ਕੰਨ ਜਿਉ, ਇੰਦਰੀਆਂ ਵਿੱਚ ਗਾਂਢ ਸਦਾਏ। ਚੁੱਤੜ ਮਿੱਟੀ ਜਿਸ ਲੱਗੈ, ਜਾਣੈ ਖਸਮ ਕੁਮਾਰਾ ਕੁੱਤਾ। ਭਾਈ ਗੁਰਦਾਸ ਜੀ ਇੱਕ ਥਾਂ ਫਰਮਾਉਂਦੇ ਹਨ, ਮਾਂ ਗੱਭਣ ਦੀ ਜਾਣਦੀ, ਪੁੱਤ ਸਪੁੱਤ ਹੋਵੈ ਸੁਖਦਾਈ। ਇੱਕ ਥਾਂ ਲਿਖਦੇ ਹਨ, ਢੱਕ ਲੈ ਚੱਲੀ ਚੂਹੜੀ, ਕਰ ਭੋਗ ਬਿਲਾਸ। ਫਿਰ ਕਹਿੰਦੇ ਹਨ, ਕਵਿਤ ਸਵਈਆਂ ਵਿੱਚ, ਕੁਲਾ ਬਧੂ ਸੇਜੈ ਸਮੈ, ਰਮੈ ਪਧਾਰ ਏਕ, ਬੇਸਵਾ ਤੋਂ ਅਨੇਕ ਸਹਿ ਕਰਤ ਵਿਵਚਾਰ ਹੈ। ਫਿਰ ਕਹਿੰਦੇ ਹਨ, ਪੁਰਖ ਨਿਪੁੰਸਕ ਨਾ ਜਾਣੈ ਬਣਤਾ ਬਿਲਾਸ, ਬਾਝ ਕਹਾਂ ਜਾਣੈ ਸੁਖ ਸੰਤਤ ਸਨੇਹ ਕਉ। ਇਹ ਕਹਿਣ ਦਾ ਮੇਰਾ ਭਾਵ ਸੀ ਵੀ ਇਸ ਵਿੱਚ ਵੀ ਤੁਸੀਂ ਸੁਣਿਆ ਭਾਈ ਗੁਰਦਾਸ ਜੀ ਜਾਂ ਆਦਿ ਗ੍ਰੰਥ ਵਿੱਚ ਵੀ ਕਿਸ ਤਰ੍ਹਾਂ ਦੇ ਸ਼ਬਦ ਵਰਤੇ ਹਨ। ਜਿਹੜੇ ਇਸ ਨੂੰ ਨਹੀਂ ਮੰਨਦੇ ਉਹ ਇਹਨਾਂ ਨੂੰ ਵੀ ਅਸ਼ਲੀਲ ਕਹਿਣਗੇ।
ਹੁਣ ਮੈਂ ਕੁਝ ਪ੍ਰਮਾਣ ਸ੍ਰੀ ਕਲਗੀਧਰ ਪਾਤਸ਼ਾਹ ਦੀ ਰਚਿਤ ਬਾਣੀ ਵਿੱਚੋਂ ਦੇਣ ਦਾ ਯਤਨ ਕਰਾਂਗਾ, ਜਿਸ ਰਾਹੀਂ ਉਹਨਾਂ ਦੀ ਉੱਤਮ ਅਲੌਕਿਕ ਵਿੱਦਿਆ ਦੀ ਝਲਕ ਪੈਂਦੀ ਹੈ ਅਤੇ ਪੜ੍ਹ ਕੇ ਸਿੱਖਿਆਦਾਇਕ ਵਿਚਾਰ ਮਿਲਦੇ ਹਨ। ਜਿਵੇਂ ਚਰਿਤ੍ਰੋਪਖਿਆਨ ਵਿੱਚੋਂ ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ। ਫਿਰ ਪਰ ਧਨ ਪਾਹਨ ਤੁਲ ਤ੍ਰਿਆ ਪਰਮਾਤ ਹਮਾਰੇ। ਇਸੇ ਤਰ੍ਹਾਂ ਚਰਿਤਰਾਂ ਵਿੱਚ ਲਿਖਦੇ ਹਨ, ਇਸ਼ਕ ਮੁਸ਼ਕ ਖਾਂਸੀ ਖੁਰਕ ਸ਼ਬਦ ਛਪਾਏ ਨਾ ਹੈ। ਹੋਰ ਇਸ ਤਰ੍ਹਾਂ ਕਹਿੰਦੇ ਹਨ, ਸਭ ਟੂਟੇ ਜੁਰ ਜਾਤ ਹੈ ਜਾਣ ਲਿਓ ਮਨ ਮਿੱਤ, ਇਹ ਦੋਏ ਟੂਟੇ ਨਾ ਜੁਰੇ ਏਕ ਸੀਸ ਅਰ ਚਿੱਤ। ਪਹਿਲੇ ਚੰਡੀ ਚਰਿੱਤਰ ਉਕਤ ਬਿਲਾਸ ਦੇ ਇਸ ਸਵਈਏ ਵੱਲ ਧਿਆਨ ਦੇਵੋ, ਜਿਸ ਵਿੱਚ ਉਹਨਾਂ ਦੀ ਉੱਤਮ ਕਵਿਤਾ ਦੀ ਝਲਕ ਦਿਖਾਈ ਦਿੰਦੀ ਹੈ। ਕੁਝ ਲਾਈਨਾਂ ਇਸ ਤਰ੍ਹਾਂ ਹਨ, ਭਾਣ ਤੇ ਜਿਉਂ ਤਮ ਪਾਉਣ ਤੇ ਜਿਉਂ ਘਨ, ਮੋਰ ਤੇ ਜਿਉਂ ਫਨ ਤਿਉਂ ਸੁਖ ਚਾਨੇ, ਸੂਰ ਤੇ ਕਾਤੁਰ ਕੂਰ ਤੇ ਚਾਤਰ, ਸਿੰਘ ਤੇ ਸਾਤੁਰ ਏਨ ਡਰਾਨੇ, ਸੂਮ ਤੇ ਜਿਉਂ ਜਸ ਵਿਯੋਗ ਤੇ ਜਿਉਂ ਰਸ, ਪੂਤ ਕਪੂਤ ਤੇ ਜਿਉਂ ਬੰਸ ਸੁਹਾਨੇ, ਧਰਮ ਜਿਉਂ ਕ੍ਰੋਧ ਤੇ ਪਰਮ ਸੁਬੁੱਧ ਤੇ, ਚੰਡ ਕੇ ਯੁੱਧ ਤੇ ਦੈਤ ਪਰਾਨੇ। ਹੁਣ ਮੈਂ ਇਸ ਦਾ ਅਰਥ ਅਰਜ ਕਰਦਾ ਹਾਂ। ਜਿਵੇਂ ਸੂਰਜ ਤੋਂ ਹਨੇਰਾ, ਹਵਾ ਤੋਂ ਬੱਦਲ, ਮੋਰ ਤੋਂ ਸੱਪ ਡਰ ਜਾਂਦੇ ਹਨ, ਜਿਵੇਂ ਸੂਰਮੇ ਤੋਂ ਕਾਇਰ, ਝੂਠ ਤੋਂ ਸਿਆਣਪ ਅਤੇ ਸ਼ੇਰ ਤੋਂ ਹਿਰਨ ਭੈ ਭੀਤ ਹੋ ਜਾਂਦੇ ਹਨ, ਜਿਵੇਂ ਕੰਜੂਸ ਤੋਂ ਜਸ, ਵਿਯੋਗ ਤੋਂ ਆਨੰਦ ਅਤੇ ਕਪੁੱਤਰ ਤੋਂ ਖਾਨਦਾਨ ਦਾ ਨੁਕਸਾਨ ਹੁੰਦਾ ਹੈ, ਜਿਵੇਂ ਕ੍ਰੋਧ ਤੋਂ ਧਰਮ, ਸੁਬੁੱਧ ਤੋਂ ਭਰਮ ਭੱਜ ਜਾਂਦਾ ਹੈ, ਇਸ ਤਰ੍ਹਾਂ ਚੰਡੀ ਦੇ ਯੁੱਧ ਤੋਂ ਦੈਂਤ ਨੱਸ ਜਾਂਦੇ ਹਨ। ਇਸੇ ਤਰ੍ਹਾਂ ਹੀ ਕ੍ਰਿਸ਼ਨ ਅਵਤਾਰ ਵਿੱਚੋਂ ਅਰਜ ਕਰਦਾ ਹਾਂ, ਕੌਲ ਜਿਉਂ ਪ੍ਰਭਾਤ ਤੈ ਵਿਛਰਿਓ ਮਿਲੀ ਬਾਤ ਤੈ, ਗੁਣੀ ਜਿਉਂ ਸੁਰ ਸਾਤ ਤੈ ਬਚਾਇਓ ਚੋਰ ਗਾਤ ਤੈ, ਜੈਸੇ ਧਨੀ ਧਨ ਤੈ ਔਰ ਇਨੀ ਲੋਕ ਮਨ ਤੈ, ਲਰਈਆ ਜੈਸੇ ਰਣ ਤੈ ਤਜਈਆ ਜਿਉਂ ਨਸਾਤ ਤੈ, ਜੈਸੇ ਦੁਖੀ ਸੂਖ ਤੇ ਅਭੂਖੀ ਜੈਸੇ ਭੂਖ ਤੈ, ਸੋ ਰਾਜਾ ਸਤਰ ਆਪਣੇ ਕੋ ਸੁਨੇ ਜੈਸੇ ਘਾਤ ਤੈ, ਹੋਤ ਹੈ ਪ੍ਰਸੰਨ ਜੇਤੇ ਏਤੀ ਏਤੀ ਬਾਤਨ ਤੈ, ਹੋਤ ਹੈ ਪ੍ਰਸੰਨ ਗੋਪੀ ਤੈਸੇ ਕਾਨ ਬਾਤ ਤੈ। ਭਾਵ ਕ੍ਰਿਸ਼ਨ ਦੀ ਕਥਾ ਵਾਰਤਾ ਤੋਂ ਗੋਪੀਆਂ ਇਸ ਤਰ੍ਹਾਂ ਖੁਸ਼ ਹੁੰਦੀਆਂ ਹਨ, ਜਿਵੇਂ ਕੌਲ ਫੁੱਲ ਸਵੇਰਾ ਹੋਣ ਤੇ, ਵਿਛੜੀ ਵਸਤੂ ਮਿਲਣ ਤੇ, ਗਵਈਆ ਸੱਤਾਂ ਸੁਰਾਂ ਦੇ ਸਹੀ ਮੇਲ ਨੂੰ ਸੁਣ ਕੇ, ਚੋਰ ਨੂੰ ਫਾਂਸੀ ਤੋਂ ਬਚਨ ਕਰਕੇ, ਧਨੀ ਧਨ ਮਿਲਣ ਤੇ, ਗਰੀਬ ਖਜ਼ਾਨਾ ਮਿਲਣ ਤੇ, ਜੁਝਾਰੂ ਜੰਗ ਵਿੱਚ ਖਿਸਕੂ ਨੱਸ ਕੇ ਬਚਣ ਵੇਲੇ, ਦੁਖੀ ਸੁਖ ਵੇਲੇ, ਭੁੱਖਾ ਰੱਜਣ ਵੇਲੇ, ਰਾਜਾ ਦੁਸ਼ਮਣ ਦੀ ਮੌਤ ਦੀ ਖਬਰ ਸੁਣ ਕੇ ਖੁਸ਼ ਹੁੰਦਾ ਹੈ। ਇਹ ਆਪ ਜੀ ਨੇ ਸੁਣਿਆ ਕਿਸ ਤਰ੍ਹਾਂ ਦੀ ਕਵਿਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਇਤਿਹਾਸ ਅਨੁਸਾਰ ਮੈਂ ਬੇਨਤੀ ਕਰਾਂ ਕਿ ਸੰਮਤ 1787 ਵਿੱਚ ਦਮਦਮਾ ਸਾਹਿਬ, ਜਿਸ ਨੂੰ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਹੈ, ਉੱਥੇ ਭਾਈ ਮਣੀ ਸਿੰਘ ਜੀ ਵਾਲੀ ਬੀੜ ਬਾਰੇ ਵਿਦਵਾਨਾਂ ਨੇ ਕਾਫੀ ਚਰਚਾ ਕੀਤੀ, ਪਰ ਕੋਈ ਫੈਸਲਾ ਨਾ ਹੋ ਸਕਿਆ। ਇਤਨੇ ਵਿੱਚ ਭਾਈ ਮਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਮੱਸਾ ਰੰਗੜ ਹੱਥੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੋ ਰਹੀ ਬੇਅਦਬੀ ਦਾ ਹਾਲ ਸੁਣ ਕੇ ਬੀਕਾਨੇਰ ਤੋਂ ਦਮਦਮੇ ਸਾਹਿਬ ਆ ਪੁੱਜੇ। ਪੰਥ ਨੇ ਉਹਨਾਂ ਦੀ ਰਾਏ ਵੀ ਦਸਮ ਗ੍ਰੰਥ ਬਾਰੇ ਲਈ, ਤਾਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਮੱਸੇ ਨੂੰ ਮਾਰ ਕੇ ਮੁੜ ਦਮਦਮੇ ਸਾਹਿਬ ਆ ਪੁੱਜੇ ਤਾਂ ਇਹ ਬੀੜ ਕਾਇਮ ਰਹੇ, ਜੇ ਅੰਮ੍ਰਿਤਸਰ ਸ਼ਹੀਦ ਹੋ ਗਏ ਤਾਂ ਜਿਲਦ ਖੋਲ੍ਹ ਕੇ ਜਿਲਦ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ। ਪਰ ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਬਹਾਦਰੀ ਨਾਲ ਪਾਮਰ ਮੱਸੇ ਰੰਗੜ ਨੂੰ ਮਾਰ ਕੇ ਦਮਦਮੇ ਸਾਹਿਬ ਵਾਪਸ ਆਏ ਅਤੇ ਉਹਨਾਂ ਦੇ ਬਚਨ ਅਨੁਸਾਰ ਸ੍ਰੀ ਦਸਮ ਗ੍ਰੰਥ ਦੀ ਬੀੜ ਦੀ ਮਹਾਨਤਾ ਉਸੇ ਤਰ੍ਹਾਂ ਕਾਇਮ ਰਹੀ। ਨਾਮਧਾਰੀ ਮਰਿਆਦਾ ਅਨੁਸਾਰ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ। ਦੋਹਾਂ ਹੀ ਬੀੜਾਂ ਦੇ ਸਧਾਰਨ ਪਾਠ ਅਤੇ ਅਖੰਡ ਪਾਠ ਇੱਕੋ ਹੀ ਮਰਿਆਦਾ ਨਾਲ ਕੀਤੇ ਜਾਂਦੇ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ 1864 ਵਿੱਚ ਸ੍ਰੀ ਆਦਿ ਗ੍ਰੰਥ ਅਤੇ ਸ੍ਰੀ ਦਸਮ ਗ੍ਰੰਥ ਦੀਆਂ ਬੀੜਾਂ ਲਾਹੌਰ ਤੋਂ ਛਪਵਾਈਆਂ। ਆਦਿ ਗੁਰੂਆਂ ਦੀ ਬਾਣੀ ਤੇ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਦੀ ਬਾਣੀ ਦੀ ਬੀੜ ਉੱਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਲਿਖਵਾਇਆ। ਇਸ ਬਾਣੀ ਦਾ ਆਦਰ ਸਤਿਕਾਰ ਕਰਵਾਇਆ।
ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖੀ ਵਿੱਚ ਆਈ ਗਿਰਾਵਟ ਕਾਰਨ ਸਿੱਖ ਬਾਣੀ ਪੜ੍ਹਨੀ ਸ਼ੁਭ ਕਰਮ ਕਰਨੋਂ ਹਟ ਗਏ। ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਤਾਂ ਕਿਸ ਪੜ੍ਹਨਾ ਸੀ। ਜਿਸ ਤਰ੍ਹਾਂ ਉਸ ਜ਼ਮਾਨੇ ਦੀ ਹਾਲਤ ਬਾਰੇ ਗਿਆਨੀ ਗਿਆਨ ਸਿੰਘ ਜੀ ਦੇ ਕਵਿੱਤ, ਜਿਨ੍ਹਾਂ ਵਿੱਚ ਕਿਹਾ ਹੈ, ਜਿਨ੍ਹਾਂ ਦੇ ਵਡੇਰੇ ਬਾਣੀ ਪੜ੍ਹਨ ਤੋਂ ਬਿਨਾਂ ਅੰਨ ਜਲ ਮੂੰਹ ਵਿੱਚ ਨਹੀਂ ਸਨ ਪਾਉਂਦੇ, ਉਹਨਾਂ ਦੀ ਸੰਤਾਨ ਤਿਨ ਹੀ ਕੇ ਨਾਤੀ ਧੂਪ ਦੀਪ ਕੀ ਕਹਾਂ ਵਿਖਿਆਤੀ ਪਾਏ ਹੈ ਨਾ ਝਾਤੀ ਮੂਸ ਗ੍ਰੰਥ ਖਾਦ ਜੇ ਪਰੇ। ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਚੂਹੇ ਖਾ ਰਹੇ ਸਨ। ਆਲਿਆਂ ਵਿੱਚ ਪਈਆਂ ਬੀੜਾਂ ਨੂੰ ਦੀਮਕ ਲੱਗੀ ਹੋਈ ਸੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਿੰਡੋਂ ਪਿੰਡ ਜਾ ਕੇ ਬੀੜਾਂ ਨੂੰ ਆਲਿਆਂ ਵਿੱਚੋਂ ਕਢਵਾ ਕੇ ਸਾਫ਼ ਕਰਕੇ ਪੀੜ੍ਹਿਆਂ ਤੇ ਪ੍ਰਕਾਸ਼ ਕਰਕੇ ਬਾਣੀ ਦਾ ਅਦਬ ਕਰਨਾ ਸਿਖਾਇਆ ਅਤੇ ਇਸ ਨੂੰ ਪੜ੍ਹਨ ਦੀ ਪ੍ਰੇਰਨਾ ਦਿੱਤੀ ਅਤੇ ਬਰਾਬਰ ਦਰਜਾ ਦਿੱਤਾ। ਅੰਤ ਵਿੱਚ ਮੈਂ ਬੇਨਤੀ ਕਰਾਂ, ਸ੍ਰੀ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਦੁਆਰਾ ਸ੍ਰੀ ਦਸਮ ਗ੍ਰੰਥ ਦੇ ਪਾਠ ਦੀ ਰਿਕਾਰਡਿੰਗ ਸਮਾਪਤ ਹੋਈ ਹੈ, ਪਰ ਸ੍ਰੀ ਆਦਿ ਗ੍ਰੰਥ ਨਾਲੋਂ ਇਸ ਰਿਕਾਰਡਿੰਗ ਵਿੱਚ ਕਾਫੀ ਮੁਸ਼ਕਲਾਂ ਆਈਆਂ ਹਨ, ਜਿਸ ਦਾ ਕਾਰਨ ਸਿੱਖ ਵਿਦਵਾਨਾਂ ਦੀ ਕਲਗੀਧਰ ਪਾਤਸ਼ਾਹ ਦੀ ਬਾਣੀ ਦੀ ਸੋਧ ਵੱਲ ਧਿਆਨ ਦੇਣ ਤੋਂ ਅਣਗਹਿਲੀ ਹੈ ਤੇ ਉਸ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ, ਜਿਸ ਦੇ ਛਾਪਣ ਵਾਲੇ ਇਸ ਬਾਣੀ ਤੋਂ ਬਿਲਕੁਲ ਹੀ ਅਣਜਾਣ ਜਾਪਦੇ ਹਨ। ਮੇਰੀ ਬੇਨਤੀ ਹੈ ਕਿ ਵਿਦਵਾਨ ਸਰੋਤਾਗਣ ਇਸ ਬਾਣੀ ਨੂੰ ਸੁਣਨ ਅਤੇ ਵਿਚਾਰ ਨਾਲ ਪੜ੍ਹਨ ਅਤੇ ਇਹ ਮਨ ਵਿੱਚ ਪੱਕੀ ਧਾਰਨਾ ਕਰਨ ਕਿ ਇਹ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਹੈ। ਤਾਂ ਹੀ ਇਸ ਰਚਨਾ ਤੋਂ ਪੂਰਾ ਲਾਭ ਉਠਾਇਆ ਜਾ ਸਕਦਾ ਹੈ। ਆਪਣੇ ਵੱਲੋਂ ਸ੍ਰੀ ਸਤਿਗੁਰੂ ਜੀ ਦੀ ਬਖਸ਼ੀ ਬੁੱਧੀ ਅਨੁਸਾਰ, ਅਰਥ ਦੇ ਅਨੁਸਾਰ ਸ਼ਬਦ ਅਤੇ ਤੁਕ ਨੂੰ ਠੀਕ ਥਾਂ ਤੇ ਵਿਸਰਾਮ ਦੇਣ ਦਾ ਯਤਨ ਕੀਤਾ ਹੈ ਤਾਂ ਕਿ ਸਪਸ਼ਟ ਅਰਥ ਹੋ ਸਕੇ। ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਤਰੁੱਟੀਆਂ ਜ਼ਰੂਰੀ ਹਨ, ਉਸ ਦਾ ਕਾਰਨ ਮੇਰੀਆਂ ਕਮੀਆਂ ਹਨ। ਮੇਰੀ ਬੇਨਤੀ ਹੈ, ਸੁਣਨ ਵਾਲੇ ਜ਼ਰੂਰ ਮੈਨੂੰ ਅਲਪੱਗ ਜੀਵ ਸਮਝ ਕੇ ਖਿਮਾ ਕਰਨਗੇ ਤੇ ਮੇਰੀਆਂ ਤਰੁੱਟੀਆਂ ਤੋਂ ਮੈਨੂੰ ਵਾਕਿਫ ਕਰਾਉਣਗੇ। ਮੈਂ ਉਹਨਾਂ ਦਾ ਧੰਨਵਾਦੀ ਹੋਵਾਂਗਾ। ਫਿਰ ਮੈਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ। ਉਹ ਸਭ ਤੇ ਕਿਰਪਾ ਕਰਨ, ਸਾਨੂੰ ਸਭ ਨੂੰ ਗੁਰਬਾਣੀ ਸ਼ੁੱਧ ਉਚਾਰਨ ਕਰਨ ਦਾ ਭਾਵ ਸਮਝਣ ਅਤੇ ਭਾਵ ਨੂੰ ਮਨਾਂ ਵਿੱਚ ਵਸਾਉਣ ਦੀ ਬਖਸ਼ਿਸ਼ ਕਰਨ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਚਰਨ ਸੇਵਕ ਦਰਸ਼ਨ ਸਿੰਘ ਮਾਸਟਰ, ਸ੍ਰੀ ਭੈਣੀ ਸਾਹਿਬ।